माझा किसान मजदूर संघर्ष कमेटी के आगू गुरप्रीत सिंह, रणधीर सिंह, हरमन सिंह और जसविंदर सिंह ने कहा कि 26 जनवरी ਨੂੰ भी दीप सिद्धू वालों किसानी संघर्ष ਨੂੰ ਢਾਹ ਲੈਣ ਦੀ कोशिश की गई सी ਅਤੇ ਹੁਣ ਫਿਰ दीप सिद्धू ने जो शहीद होए किसानों बारे गलत बयान दिता है, ਅਸੀਂ उसकी कड़ी निंदा करते हाँ। उन्होंने कहा जो भी इंसान अपने घरों किसानी अंदोलन में जाता है उस सिर ते कफन बन के जाता है, उसको नहीं पता कि उसने वापस आना है या नहीं। उन्होंने कहा कि किसान अपने वजूद की लड़ाई लड़ रहा है, किसानी संघर्ष में किसी भी किसान की जान गई है वो शहीद ही है। अगर दीप सिद्धू की गल की जाए तो यह किसी एजेंसी का बंदा है ਅਤੇ ਇਸ ਵਿੱਚ भाजपा की रूह वड़ गई है। ਅਸੀਂ ਆਪਣੇ नौजवान ਅਤੇ किसान ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਤੱਕ दीप सिद्धू माफ़ी नहीं ਮੰਗਦਾ ਉਦੋਂ तक दीप सिद्धू ਨੂੰ ਕੋਈ ਵੀ ਸਟੇਜ ਸਾਂਝੀ ਨਾ ਕਰਨ ਦਿੱਤੀ ਜਾਵੇ। मैं एक गल कही जिहदी हुण बड़ी वड्डी ਐਲਾਨੀਆ तौर पर प्रचारी जा रही आ भी दीप सिद्धू किसानी संघर्ष च ਜਿਹੜੀਆਂ ਜਾਨਾਂ ਗਈਆਂ ਉਹਨਾਂ ਨੂੰ शहीद नहीं ਮੰਨਦਾ। ਇਹ ਗੱਲ ਸੱਚੀ ਆ। दीप सिद्धू का वेखो जिहड़ा बयान आया ਉਹਦੀ ਅਸੀਂ घोर निंदा करते हैं, क्योंकि दीप सिद्धू जिहड़ा आंदा मैनूं ਉਹਦੇ ਨਾਲ ताकत मिलती है, ताकत तो ਉਹਨੂੰ मिलती है उन्हां एजेंसियां तो ਜਿਹੜੀਆਂ ਪਿੱਛੇ ਸਰਕਾਰਾਂ ਇਹਦੇ ਮਗਰ ਕੰਮ ਕਰ ਰਹੀਆਂ ਨੇ। ਆਮ ਪਬਲਿਕ ਨੂੰ ਵੀ, ਆਮ ਪਬਲਿਕ ਨੂੰ ਤੇ ਜਿਨ੍ਹਾਂ ਨੇ 500-600 ਦੇ ਕਰੀਬ ਸ਼ਹੀਦੀਆਂ ਪ੍ਰਾਪਤ ਕਰਕੇ ਉਹਨਾਂ ਪਰਿਵਾਰਾਂ ਨੂੰ ਠੇਸ ਪਹੁੰਚਾਉਣ ਵਾਲਾ ਇਹ ਅੰਦੋਲਨ ਦਾ ਨੁਕਸਾਨ ਕਰਨ ਵਾਲਾ ਬਿਆਨ ਆ ਦੀਪ ਸਿੱਧੂ ਦਾ। ਕਿਉਂਕਿ ਇਹ ਜਿਹੜਾ ਅੰਦੋਲਨ ਚੱਲ ਰਿਹਾ ਸਾਡੇ ਸ਼ੁਰੂ ਤੋਂ ਹੀ ਸਾਡੇ ਗੁਰੂਆਂ ਪੀਰਾਂ ਨੇ ਜ਼ੁਲਮ ਦੇ ਖਿਲਾਫ ਕੁਰਬਾਨੀਆਂ ਕੀਤੀਆਂ, ਲੜੇ ਨੇ, ਉਹਨਾਂ ਨੇ ਕੁਰਬਾਨੀਆਂ ਦਿੱਤੀਆਂ। ਉਸੇ ਤਰ੍ਹਾਂ ਹੀ ਉਹਨਾਂ ਦੇ ਪੂਰਨਿਆਂ 'ਤੇ ਚੱਲਦੇ ਹੋਏ ਸਾਡੇ ਜਿਹੜੇ ਸਿੱਖ ਨੇ, ਸਾਡੇ ਜਿਹੜੇ ਆਗੂ ਨੇ ਉਹ ਅੰਦੋਲਨ ਲੜ ਰਹੇ ਨੇ। ਅੱਜ ਅਸੀਂ ਆਪਣੀਆਂ ਫਸਲਾਂ ਤੇ ਨਸਲਾਂ ਦੀ ਲੜਾਈ ਲੜ ਰਹੇ ਹਾਂ, ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ, ਆਪਣੀਆਂ ਜ਼ਮੀਨਾਂ ਦੀ ਲੜਾਈ ਲੜ ਰਹੇ ਹਾਂ ਅਤੇ ਉਹਨਾਂ ਦੀ ਖਾਤਰ ਕੁਰਬਾਨੀਆਂ ਦੇ ਰਹੇ ਨੇ। ਕੁਰਬਾਨੀਆਂ ਕਿਉਂ ਹੋ ਰਹੀਆਂ? ਕੁਰਬਾਨੀਆਂ ਕੋਈ ਉਹ ਸੜਕ 'ਤੇ ਜਾਂਦੇ ਅਟੈਕ ਥੋੜ੍ਹਾ ਹੋ ਗਿਆ ਉਹਨਾਂ ਨੂੰ ਵੀ ਉਹ ਆਪਣੇ ਘਰ ਦੇ ਕੰਮ ਗਏ ਅਤੇ ਅਟੈਕ ਹੋ ਗਿਆ ਉਹਨਾਂ ਨੂੰ। ਉਹ ਇਸ ਅੰਦੋਲਨ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਅੰਦੋਲਨ ਬਣ ਗਿਆ, ਜਿਹੜਾ ਪੂਰਾ ਦੁਨੀਆ ਦੇ ਵਿੱਚ ਇਸ ਵੇਲੇ ਪ੍ਰਚਲਿਤ ਹੋ ਗਿਆ, ਉੱਥੇ ਉਹਨਾਂ ਕੁਰਬਾਨੀਆਂ ਦਿੱਤੀਆਂ ਨੇ। ਆਉਣ ਵਾਲੇ ਸਮੇਂ 'ਚ ਇਹਦਾ ਇਤਿਹਾਸ ਲਿਖਿਆ ਜਾਣਾ ਅਤੇ ਇਹਨਾਂ ਸ਼ਹੀਦਾਂ ਦੇ ਨਾਂ ਦਰਜ ਹੋਣੇ ਉਹਦੇ ਵਿੱਚ। ਕਿਉਂਕਿ ਉੱਥੇ ਜਿਹੜਾ ਵੇਖੋ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਭਰ ਠੰਡ ਦੇ ਵਿੱਚ, ਭਰ ਗਰਮੀ ਦੇ ਵਿੱਚ, ਬਰਸਾਤਾਂ ਦੇ ਵਿੱਚ ਜ਼ਹਿਰੀਲੀਆਂ ਚੀਜ਼ਾਂ ਲੜ ਕੇ ਉੱਥੇ ਸ਼ਹੀਦ ਹੋਏ ਨੇ। ਉੱਥੇ ਹਰ ਤਰ੍ਹਾਂ ਦੀ ਬਿਮਾਰੀ ਉਹ ਆਪ ਛੇੜਦੇ ਨੇ, ਅੰਦੋਲਨ ਲੜ ਰਹੇ ਨੇ। ਅੰਦੋਲਨ ਦੇ ਵਿੱਚ ਹਰ ਤਰ੍ਹਾਂ ਦਾ ਇਹ ਵੀ ਇੱਕ ਜ਼ੁਲਮ ਉਹਨਾਂ ਦੇ ਖਿਲਾਫ ਜਿਹੜਾ ਜਿੱਥੇ ਉਹਨਾਂ ਨੂੰ ਕਿਤੇ ਸੱਪ ਲੜ ਜਾਏ, ਕੋਈ ਸਪੋਲੀਆ ਲੜ ਜਾਏ, ਉੱਥੇ ਕੌਣ ਜ਼ਿੰਮੇਵਾਰ? ਸੜਕਾਂ ਦੇ ਉੱਤੇ ਬੈਠੇ ਨੇ। ਭਰ ਬਰਸਾਤ ਤੁਹਾਨੂੰ ਪਤਾ, ਤੁਸੀਂ ਪਿਛਲੇ ਦਿਨਾਂ 'ਚ ਵੇਖਿਆ ਰਕੇਸ਼ ਟਕੈਤ ਜੀ ਪੂਰੇ ਅੱਧ ਲੱਖ ਤੱਕ ਪਾਣੀ ਦੇ ਵਿੱਚ ਬੈਠੇ ਨੇ। ਇਸੇ ਤਰ੍ਹਾਂ ਸਾਡੇ ਸਾਰੇ ਕਿਸਾਨ ਬੈਠੇ ਨੇ। ਸੋ ਇਹ ਜਿਹੜਾ ਦੀਪ ਸਿੱਧੂ ਆ ਇਹਦੇ ਮਗਰ ਏਜੰਸੀਆਂ ਕੰਮ ਕਰ ਰਹੀਆਂ ਨੇ, ਇਹਨੂੰ ਤਾਕਤ ਉੱਥੋਂ ਮਿਲਦੀ ਆ, ਉਹ ਤਾਕਤ ਦੇ ਖਾਤਰ ਹੀ ਇਹ ਅੱਜ ਬੋਲ ਰਿਹਾ ਵਾ। ਅਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਬਹੁਤ ਮਾੜਾ ਅਸਰ ਹੋਏਗਾ। ਕਿਉਂਕਿ ਜਿਹੜੇ ਇਹੋ ਜਿਹੇ ਲੋਕ ਆ ਇਹਨਾਂ ਨੂੰ ਲੋਕ ਫਟਕਾਰਾਂ ਹੀ ਪਾਉਂਦੇ ਹੁੰਦੇ ਨੇ। ਜਦੋਂ ਇਤਿਹਾਸ ਬਣਦਾ ਹੁੰਦਾ ਉਦੋਂ ਇਹਨਾਂ ਲੋਕਾਂ ਦਾ ਗਦਾਰਾਂ ਦੇ ਵਿੱਚ ਨਾਂ ਲਿਖਿਆ ਜਾਣਾ ਵੀ ਇਹਨਾਂ ਨੇ ਇਹਨੂੰ ਢਾਹ ਲਾਈ ਉਹ ਸੰਘਰਸ਼ ਨੂੰ। ਇਹ ਜੋ ਸਾਡਾ ਕਿਸਾਨੀ ਸੰਘਰਸ਼ ਚੱਲ ਰਿਹਾ ਸ਼ੁਰੂ ਤੋਂ ਜਿਹੜੀਆਂ ਸਰਕਾਰਾਂ ਏਜੰਸੀਆਂ ਇਹਨੂੰ ਹਰ ਕਦਮ ਤੇ ਢਾਹ ਲਾਉਣ ਦੀ ਕੋਸ਼ਿਸ਼ ਕਰਦੀਆਂ। ਅਤੇ ਮੈਂ ਸਮਝਣਾ ਪਹਿਲਾਂ ਦੀਪ ਸਿੱਧੂ ਨੇ 26 ਜਨਵਰੀ ਨੂੰ ਜੋ ਸਾਰਾ ਘਟਨਾਕ੍ਰਮ ਹੋਇਆ ਸੀ ਉਹਦੇ ਵਿੱਚ ਵੀ ਇਹਦੀ ਬੜੀ ਵੱਡੀ ਭੂਮਿਕਾ ਸੀ। ਅਤੇ ਹੁਣ ਵੀ ਆ ਜਿਹੜਾ ਇਹਨੇ ਬਿਆਨ ਦਿੱਤਾ ਸ਼ਹੀਦਾਂ ਬਾਰੇ, ਇਹ ਕੋਈ ਬਹੁਤ ਵੱਡਾ ਕੋਈ ਸੰਸਥਾ ਨਹੀਂ ਗੀ, ਕੋਈ ਸ਼ਹੀਦ ਜਾਂ ਕੁਰਬਾਨੀ ਦਾ ਜੋ ਵਖਰੇਵਾਂ ਕਰਕੇ ਦੱਸਣ ਡਿਆ ਵੀ ਇਹ ਸ਼ਹੀਦ ਹੋਏ ਜਾਂ ਨਹੀਂ ਹੋਏ। ਪਰ ਜਦੋਂ ਵੇਖੋ ਕੋਈ ਸੰਘਰਸ਼ ਸ਼ੁਰੂ ਹੁੰਦਾ ਅਤੇ ਅਸੀਂ ਘਰਾਂ ਤੋਂ ਜਦੋਂ ਤੁਰਦੀ ਆਮ ਜਨਤਾ ਕੋਈ ਧਰਮ ਵਾਸਤੇ ਜਾਂ ਆਪਣੇ ਦੇਸ਼ ਵਾਸਤੇ, ਦੂਜਿਆਂ ਵਾਸਤੇ ਜਦੋਂ ਕੋਈ ਸੰਘਰਸ਼ ਲੜਦਾ ਅਤੇ ਜੇ ਉਹਦੀ ਜਾਨ ਜਾਂਦੀ ਆ ਅਤੇ ਉਹ ਅਸੀਂ ਉਹਨੂੰ ਕੁਰਬਾਨੀ ਸ਼ਹੀਦੀ ਗਿਣੀ ਜਾਊਗੀ ਉਹਦੀ। ਆ ਵੇਖੋ ਜਿੱਥੇ ਤੁਸੀਂ ਅੱਜ ਪਹੁੰਚੇ ਜੇ, ਇੱਥੇ 9 ਮਹੀਨੇ ਤੋਂ ਇਹ ਲਗਾਤਾਰ ਮੋਰਚਾ ਚੱਲ ਰਿਹਾ ਅਡਾਨੀਆਂ ਬਾਨੀਆਂ ਦੇ ਖਿਲਾਫ। ਅਤੇ ਕੁਦਰਤੀ ਜੇ ਕੋਈ ਇੱਥੇ ਭਾਣਾ ਇੱਦਾਂ ਦਾ ਵਰਤਦਾ ਅਤੇ ਅਸੀਂ ਉਹਨੂੰ ਸ਼ਹੀਦ ਦਾ ਦਰਜਾ ਨਾ ਦਈਏ ਅਤੇ ਸਾਡੇ ਵਾਸਤੇ ਜਾਂ ਜਿਹੜੇ ਪਰਿਵਾਰ ਮਗਰ ਰਹਿ ਜਾਂਦੇ ਆ ਰੋਂਦੇ ਕਰਲਾਉਂਦੇ, ਉਹਨਾਂ ਦੀ ਬੜੀ ਬੇਅਦਬੀ ਵਾਲੀ ਗੱਲ ਹੋਊਗੀ। ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੂਗੀ ਵੀ ਜੇ ਉਹਨਾਂ ਦਾ ਅਸੀਂ ਹੌਸਲਾ ਅਫਜ਼ਾਈ, ਸਰਕਾਰਾਂ ਵੀ ਇਹ ਮੰਨ ਚੁੱਕੀਆਂ, ਉਹਨਾਂ ਵੀ ਨੌਕਰੀ ਦੇਣ ਦਾ ਐਲਾਨ ਕੀਤਾ ਵੀ ਇਹ ਸ਼ਹੀਦੀਆਂ ਪ੍ਰਾਪਤ ਕਰ ਰਹੇ ਆ, ਸੰਘਰਸ਼ ਜਾ ਕੇ ਸ਼ਹੀਦ ਹੋ ਰਹੇ ਆ। ਅਤੇ ਦੀਪ ਸਿੱਧੂ ਨੇ ਜੋ ਬੇਲੋੜਾ ਸਾਨੂੰ ਬਿਆਨ ਦਿੱਤਾ ਜਿਹੜਾ ਹੈ ਆਮ ਜਨਤਾ ਨੂੰ ਭੰਬਲ ਭੂਸੇ 'ਚ ਪਾਉਣ ਵਾਲਾ, ਅਸੀਂ ਇਹਦੀ ਪੁਰਜ਼ੋਰ ਨਿੰਦਾ ਕਰਦੇ ਹਾਂ। ਅਤੇ ਅਸੀਂ ਆਪਣੇ ਸਾਰੀਆਂ ਜਥੇਬੰਦੀਆਂ ਨੂੰ ਅਤੇ ਲੋਕਾਂ ਨੂੰ
ਵੀ ਇਹਨੂੰ ਜਿੰਨਾ ਚਿਰ ਇਹ ਬਿਆਨ ਵਾਪਸ ਨਹੀਂ ਲੈਂਦਾ, ਮਾਫੀ ਨਹੀਂ ਮੰਗ ਲੈਂਦਾ, ਉਹਨਾਂ ਚਿਰ ਇਹਨੂੰ ਕਿ ਸਟੇਜ ਸਾਂਝੀ ਨਾ ਕੀਤੀ ਜਾਵੇ। ਪਾਲ ਜੀ ਗੱਲ ਇਹ ਆ ਵੀ ਕਿਸੇ ਮਨੁੱਖ ਦੀ ਸ਼ਹੀਦੀ ਦਾ ਜਿਹੜਾ ਫੈਸਲਾ ਕਰਨਾ ਨਾ, ਉਹ ਹੁੰਦਾ ਸੰਘਰਸ਼ ਵਾਲੀਆਂ ਜਥੇਬੰਦੀਆਂ ਨੇ। ਜਿਨ੍ਹਾਂ ਲੋਕਾਂ ਨੇ ਸੰਘਰਸ਼ ਲੜਿਆ ਹੈ, ਦੀਪ ਸਿੱਧੂ ਉਹਨਾਂ 'ਚੋਂ ਇੱਕ ਆਦਮੀ ਹੋ ਸਕਦਾ। ਮੈਂ ਸਮਝਦਾ ਵੀ ਸੰਘਰਸ਼ ਨੂੰ ਉਹਦੀ ਦੇਣ ਹੋ ਸਕਦੀ ਆ, ਪਰ ਜਦੋਂ ਅਜਿਹੇ ਬੇਤੁਕੇ ਬਿਆਨ ਦਿੱਤੇ ਜਾਂਦੇ ਆ ਤੇ ਉਹ ਸੰਘਰਸ਼ ਨੂੰ ਢਾਹ ਲਾਉਣ ਵਾਲੇ ਬਿਆਨ ਹੁੰਦੇ ਆ। ਤੇ ਮੈਂ ਸਮਝਦਾ ਵੀ ਅਜਿਹੇ ਬਿਆਨ ਦੇ ਕੇ ਸੰਘਰਸ਼ ਨੂੰ ਢਾਹ ਨਹੀਂ ਲਾਉਣੀ ਚਾਹੀਦੀ। ਸ਼ਹੀਦ ਦੀ ਪਰਿਭਾਸ਼ਾ ਵੀ ਬੜੀ ਉੱਚੀ ਆ, ਸ਼ਹੀਦ ਦਾ ਰੁਤਬਾ ਵੀ ਬੜਾ ਉੱਚਾ ਹੈ। ਜਿਹੜਾ ਬੰਦਾ ਸੰਘਰਸ਼ ਵਿੱਚ ਘਰੋਂ ਜਾਂਦਾ ਹੈ, ਕਿਸੇ ਵੀ ਸੰਘਰਸ਼ ਨੂੰ, ਜਿਹੜਾ ਕੌਮੀ ਸੰਘਰਸ਼ ਹੁੰਦਾ ਹੈ, ਮੈਂ ਸਮਝਦਾ ਵੀ ਜਿਹੜਾ ਕਿਸਾਨ ਅੰਦੋਲਨ ਹੈ, ਕੌਮੀ ਸੰਘਰਸ਼ ਹੈ। ਅੱਜ ਸਾਰੀ ਦੁਨੀਆ ਦੀਆਂ ਨਜ਼ਰਾਂ ਜਿਹੜੀਆਂ ਇਸ ਅੰਦੋਲਨ 'ਤੇ ਲੱਗੀਆਂ ਹੋਈਆਂ, ਅਤੇ ਪੰਜਾਬ ਦੇ ਕਿਸਾਨ ਦੀ ਹੋਂਦ ਦੀ ਲੜਾਈ ਲੜੀ ਜਾ ਰਹੀ ਹੈ। ਅੱਜ ਅਸੀਂ ਆਪਣੀਆਂ ਨਸਲਾਂ ਦੀ ਲੜਾਈ ਲੜ ਰਹੇ ਹਾਂ, ਜਿੱਥੇ ਫਸਲਾਂ ਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ, ਅੱਜ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ। ਅਤੇ ਅਜਿਹੇ ਬਿਆਨ ਦੇ ਕੇ ਕਿਸੇ ਦੀ ਗਰਮਾਂ ਨੂੰ ਠੇਸ ਪਹੁੰਚਾਉਣੀ ਜਿਹੜੀ ਹੈ, ਉਹ ਬਹੁਤ ਮੰਦਭਾਗੀ ਹੈ। ਮੈਂ ਇਸ ਗੱਲ ਦੀ ਪੁਰਜ਼ੋਰ ਨਿੰਦਾ ਕਰਦਾ ਕਿ ਦੀਪ ਸਿੱਧੂ ਨੂੰ ਆਪਣੇ ਵਿੱਤ 'ਚ ਰਹਿਣਾ ਚਾਹੀਦਾ, ਅਤੇ ਕਿਸੇ ਨੂੰ ਸ਼ਹੀਦ ਦਰਜਾ ਦੇਣਾ ਨਾ ਦੇਣਾ ਉਹਦੇ ਵੱਸ ਦੀ ਗੱਲ ਨਹੀਂ। ਉਹ ਆਪਣੇ ਜੇ ਸੰਘਰਸ਼ ਹਿੱਸਾ ਪਾ ਸਕਦਾ ਪਾਵੇ, ਨਹੀਂ ਪਾ ਸਕਦਾ ਚੁੱਪ ਕਰਕੇ ਘਰ ਚਲੇ। ਇਸ ਇਤਿਹਾਸ ਦੇ ਵਿੱਚ ਦਰਜ ਹੋਣਾ ਆ ਕਿ ਇਹ ਜਿਹੜਾ ਸੰਘਰਸ਼ ਇੰਨੇ ਮਹੀਨੇ ਚੱਲਿਆ ਅਤੇ ਇਹਦੇ ਵਿੱਚ ਇੰਨੇ ਲੋਕਾਂ ਨੇ ਸ਼ਹਾਦਤ ਪ੍ਰਾਪਤ ਕੀਤੀ, ਅਤੇ ਉਸੇ ਸ਼ਹਾਦਤ ਦੇ ਨਾਲ ਹੀ ਇਹ ਸੰਘਰਸ਼ ਜਿਹੜਾ ਆ ਇਹਨੇ ਬੁਲੰਦੀਆਂ ਨੂੰ ਛੂਹਣਾ ਆਉਣ ਵਾਲੇ ਸਮੇਂ ਦੇ ਵਿੱਚ, ਅਤੇ ਲੋਕਾਂ ਨੇ ਇਹਨੂੰ ਇੱਕ ਵੱਡੇ ਸੰਘਰਸ਼ ਦੇ ਨਾਂ 'ਤੇ ਯਾਦ ਕਰਨਾ ਆ। ਸੋ ਅਸੀਂ ਤਾਂ ਦੀਪ ਸਿੱਧੂ ਦਾ ਜਿਹੜਾ ਬਿਆਨ ਆ, ਇਹ ਪੰਥ ਦੇ ਵਿੱਚ ਵਖਰੇਵੇਂ ਪਾਉਣ ਵਾਲਾ ਬਿਆਨ ਆ। ਇਹ ਹਮੇਸ਼ਾ ਪੰਥਕ ਸਫਾਂ ਦੇ ਵਿੱਚ ਵਖਰੇਵੇਂ ਪਾਉਣ ਵਾਲਾ ਬਿਆਨ ਦਿੰਦਾ ਆ। ਗੁਰੂਆਂ ਦੀ ਸ਼ਹੀਦੀ ਦੇ ਨਾਲ ਕਿਸੇ ਦੀ ਸ਼ਹੀਦੀ ਕੰਪੇਅਰ ਨਹੀਂ ਕਰਦੇ, ਨਾ ਉਹਨਾਂ ਦੇ ਬਰਾਬਰ ਕਿਸੇ ਦੀ ਸ਼ਹੀਦੀ ਹੋ ਸਕਦੀ ਆ। ਪਰ ਜਿਹੜਾ ਬੰਦਾ ਕਿਸੇ ਵੀ ਦੇਸ਼ ਦੀ ਖਾਤਰ, ਚਾਹੇ ਲੋਕਾਂ ਦੀ ਖਾਤਰ, ਚਾਹੇ ਕੌਮ ਦੀ ਖਾਤਰ, ਜਿਹੜਾ ਵੀ ਕੋਈ ਬੰਦਾ ਸੰਘਰਸ਼ ਲੜਦਾ ਆ, ਉਹਦੀ ਮੌਤ ਚਾਹੇ ਕਿਸੇ ਵੀ ਕਾਰਨ ਹੋ ਜਾਂਦੀ ਆ, ਸੰਘਰਸ਼ ਦੇ ਵਿੱਚ ਬੈਠਾ ਵਾ, ਅਸੀਂ ਤਾਂ ਉਸ ਨੂੰ ਸ਼ਹੀਦ ਹੀ ਮੰਨਾਂਗੇ। ਮੈਂ ਇੱਕ ਗੱਲ ਕਹੀ ਜਿਹਦੀ ਹੁਣ ਬੜੀ ਵੱਡੀ ਇਹ ਐਲਾਨੀਆ ਤੌਰ ਤੇ ਪ੍ਰਚਾਰੀ ਜਾ ਰਹੀ ਆ ਵੀ ਦੀਪ ਸਿੱਧੂ ਕਿਸਾਨੀ ਸੰਘਰਸ਼ 'ਚ ਜਿਹੜੀਆਂ ਜਾਨਾਂ ਗਈਆਂ ਉਹਨਾਂ ਨੂੰ ਸ਼ਹੀਦ ਨਹੀਂ ਮੰਨਦਾ। ਇਹ ਗੱਲ ਸੱਚੀ ਆ। ਦੇਖੋ, ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਕਿਸਾਨੀ ਸੰਘਰਸ਼ 'ਚ ਅਸੀਂ ਅੱਜ ਵੀ ਜੁੜੇ ਆ। ਉਸ ਸੰਘਰਸ਼ ਦੇ ਨਾਲ ਸਾਡੀ ਹੋਂਦ ਜੁੜੀ ਆ, ਸਾਡੀ ਹੋਂਦ ਦੀ ਲੜਾਈ ਆ। ਜਦੋਂ ਕੌਮਾਂ ਹੋਂਦ ਦੀ ਲੜਾਈ ਲੜਦੀਆਂ ਹੋਣ, ਉਦੋਂ ਅਸੀਂ ਆਪਦੇ ਫਲਸਫੇ, ਆਪਦੇ ਰਹਿਬਰਾਂ ਦੇ ਦਿੱਤੇ, ਸਾਡੇ ਗੁਰੂਆਂ ਦੇ ਦਿੱਤੇ ਸਿਧਾਂਤ, ਉਹਨਾਂ ਦੇ ਨਾਲ ਤਾਂ ਸਮਝੌਤੇ ਨਹੀਂ ਕਰਦੇ। ਅਸੀਂ ਸ਼ਹਾਦਤ ਦੇ ਅਰਥਾਂ ਨੂੰ, ਜਿਹੜੀ ਉਹਦੀ ਪਾਕੀਜ਼ਗੀ ਆ, ਉਹਦੀ ਪਵਿੱਤਰਤਾ, ਸਾਨੂੰ ਇਹ ਪਤਾ ਸ਼ਹੀਦ ਕੌਣ ਹੁੰਦਾ। ਜਦੋਂ ਅਸੀਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਜਾਂ ਸ਼ਹੀਦਾਂ ਦਾ ਸਰਤਾਜ ਕਿਹਾ ਉਹਨਾਂ ਨੂੰ, ਸੋ ਸ਼ਹਾਦਤ ਦੀ ਪਰਿਭਾਸ਼ਾ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਨੂੰ ਸਮਝਾਤੀ। ਫਿਰ 9ਵੇਂ ਪਾਤਸ਼ਾਹ ਨੇ ਜਾਂ ਸਾਡੇ ਸ਼ਹੀਦ ਸਿੰਘਾਂ ਨੇ ਸਾਨੂੰ ਸ਼ਹਾਦਤ ਦੀ ਪਰਿਭਾਸ਼ਾ ਸਮਝਾਤੀ। ਉਹਦੀ ਪਾਕੀਜ਼ਗੀ ਤੇ ਉਹਦੀ ਪਵਿੱਤਰਤਾ ਕੀ ਹੈ ਸ਼ਹਾਦਤ ਦੀ, ਇਹ ਸਾਨੂੰ ਪਤਾ ਵੀ ਸਾਹਮਣੇ ਜੰਗ ਆ, ਇਹੋ ਜਿਹੀ ਜੰਗ ਆ ਜਿੱਥੇ ਸਿਰ ਦੇਣਾ ਪੈਣਾ, ਤੇ ਉੱਥੇ ਪਰਵਾਨੇ ਦੀ ਤਰ੍ਹਾਂ, ਜਿਵੇਂ ਕਿਸੇ ਬਲਦੀ ਲਾਟ 'ਚ ਪਰਵਾਨਾ ਜਾ ਕੇ ਅੰਦਰ ਆਪਦੀ ਜਾਨ ਦੇ ਦਿੰਦਾ, ਉਵੇਂ ਬਲਦੀ ਲਾਟ 'ਚ ਆਪਦੀ ਜਾ ਕੇ ਛਾਲ ਮਾਰਨੀ ਆ, ਤੇ ਉਹਨੂੰ ਤਾਂ ਆਪਾਂ ਸ਼ਹਾਦਤ ਦਾ ਦਰਜਾ ਦਿੱਤਾ ਜਾ ਸਕਦਾ। ਪਰ ਜਿਹੜੇ ਕਿਸਾਨੀ ਸੰਘਰਸ਼ 'ਚ ਜਾਨਾਂ ਗਵਾਈਆਂ, ਜਿਹੜੇ ਅਕਾਲ ਚਲਾਣਾ ਕਰ ਗਏ ਸਾਡੇ ਬੰਦੇ, ਜਾਂ ਜਿਹੜੇ ਬੰਦਿਆਂ ਨੇ ਆਪਦੀਆਂ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ, ਇਹ ਗੱਲਾਂ ਨੂੰ ਅਸੀਂ ਸਮਝੀਏ। ਜੇ ਅਸੀਂ ਉਹਨਾਂ ਨੂੰ ਵੀ ਇਹੀ ਕਹਿਣ, ਉਸ ਪਰਿਭਾਸ਼ਾ ਦੇ ਅਧੀਨ ਅਸੀਂ ਇਹ ਕਹਿਣ ਲੱਗ ਜਾਈਏ ਵੀ ਉਹ ਸਾਡੇ ਸ਼ਹੀਦ ਆ, ਇਹ ਤੁਹਾਡੇ ਕਿਸੇ ਅੰਦਰੋਂ ਜਜ਼ਬੇ 'ਚ ਤਾਂ ਗੱਲ ਕਹੀ ਜਾ ਸਕਦੀ ਆ, ਪਰ ਜੇ ਸ਼ਹਾਦਤ ਦੇ ਇੱਕ ਕਸੌਟੀ ਤੇ ਇਸ ਗੱਲ ਨੂੰ ਪਰਖੀਏ, ਉਹਦੇ ਸਿਧਾਂਤਾਂ ਤੇ ਪਰਖੀ, ਤਾਂ ਇਹ ਖਰੀ ਨਹੀਂ ਆ। ਕਿਉਂਕਿ ਫਿਰ ਇਸ ਤਰ੍ਹਾਂ ਤਾਂ ਸਾਡੇ ਗੁਰੂ ਪਾਤਸ਼ਾਹ 'ਚ ਜਾਂ ਕਰਤਾਰ ਸਿੰਘ ਸਰਾਭੇ 'ਚ ਜਾਂ ਭਗਤ ਸਿੰਘ, ਇਹਨਾਂ ਬੰਦਿਆਂ ਦਾ ਤੇ ਸਾਡਿਆਂ ਦਾ ਤਾਂ ਕੋਈ ਫਰਕ ਹੀ ਨਹੀਂ ਰਹਿ ਜਾਣਾ। ਸੋ ਗੱਲ ਇਹ ਆ, ਅਸੀਂ ਅੰਦਰੋਂ ਇੱਕ ਜਜ਼ਬੇ ਦੇ ਆਧਾਰ ਤੇ ਤਾਂ ਸਾਰੀਆਂ ਉਹ ਜਾਨਾਂ ਨਾਲ, ਜਿਹੜੀਆਂ ਜਾਨਾਂ ਗਈਆਂ, ਜਿਹੜੇ ਕੁਰਬਾਨ ਕਰ ਗਏ ਆਪਦੇ ਆਪ ਨੂੰ ਕਿਸਾਨੀ ਸੰਘਰਸ਼ 'ਚ, ਜਾਂ ਉਹਨਾਂ ਦੇ ਪਰਿਵਾਰਾਂ ਨਾਲ ਜੁੜੇ ਹੋਏ ਆ। ਮੈਂ ਵੀ ਉਹਨਾਂ ਹੀ ਜੁੜਿਆ ਹੋਇਆ। ਪਰ ਅਸੀਂ ਸ਼ਹਾਦਤ ਦੀ ਇੱਕ ਜਿਹੜੀ ਪਰਿਭਾਸ਼ਾ, ਉਹਨੂੰ ਡਾਇਲਿਊਟ ਨਾ ਕਰੀਏ। ਸ਼ਹਾਦਤ ਦੀ ਪਰਿਭਾਸ਼ਾ ਜਿਹੜੀ ਸਾਡੇ ਰਹਿਬਰਾਂ ਨੇ, ਸਾਡੇ ਗੁਰੂਆਂ ਨੇ ਇੱਕ ਉਹਦਾ ਮਿਆਰ ਸਾਡੇ ਲਈ ਮਿੱਥ ਕੇ, ਜਾਂ ਇਹ ਕਹਿ ਲਓ ਵੀ ਉਹ ਮਿੱਥ ਸਿਰਜੇ ਹੋਏ ਆ, ਸਾਜਿਆ ਹੋਇਆ, ਜੇ ਅਸੀਂ ਉਹਨੂੰ ਡਾਇਲਿਊਟ ਕਰਨ ਲੱਗ ਗਏ ਤਾਂ ਫਿਰ ਜਿਹੜੇ ਉਦੋਂ ਬਾਅਦ ਵੀ ਸਾਡੇ ਲਈ ਸ਼ਹੀਦ ਜਾਂ ਉਹ
ਜਿਹੜੇ ਸਤਿਕਾਰਯੋਗ ਸ਼ਹਾਦਤ ਆਪਦਾ ਆਪਾ ਵਾਰ ਗਏ, ਆਪਦੇ ਪਰਿਵਾਰ ਵਾਰ ਗਏ, ਸਭ ਕੁਝ ਵਾਰ ਗਏ ਜਿਹੜੇ ਸਾਡੇ ਸਿੰਘ ਸ਼ਹੀਦ, ਫਿਰ ਉਹਨਾਂ ਦਾ ਦਰਜਾ ਸਾਡੇ ਲਈ ਕੀ ਰਹਿ ਜਾਊਗਾ? ਫਿਰ ਤਾਂ ਕੋਈ ਇਹ ਗੱਲ ਹੀ ਸਾਰੀ ਖਤਮ ਹੋ ਜੂ। ਜਿੱਥੋਂ ਅਸੀਂ ਸੇਧ ਲੈਣੀ ਆ ਸਾਡੇ ਇਤਿਹਾਸ ਚੋਂ, ਇਹ ਤਾਂ ਖੋਰਾ ਬੜਾ ਵੱਡਾ ਲੱਗ ਜੂਗਾ। ਸੋ ਗੱਲ ਇਹ ਕਿੱਥੇ ਅੱਜ ਹੋਈ ਸੀ, ਇਹ ਕਿਸੇ ਹੋਰ ਸੰਦਰਭ 'ਚ ਗੱਲ ਹੋਈ ਆ ਵੀ ਸ਼ਹਾਦਤ ਦੇ ਅਸਲ ਜਿਹੜੇ ਅਰਥ ਆ ਉਹਨਾਂ ਨੂੰ ਸਮਝ ਗਏ ਅਸੀਂ। ਇਹ ਬੰਦੇ ਸਾਡੇ ਆਪਦੀਆਂ ਜਾਨਾਂ ਕੁਰਬਾਨ ਕਰ ਗਏ, ਇਹ ਜਾਨਾਂ ਕੁਰਬਾਨ ਕਰ ਗਏ ਕਿਉਂਕਿ ਇਹਨਾਂ ਤੇ ਜਿਹੜਾ ਜ਼ੁਲਮ ਹੋਇਆ ਉਹ ਸਰਕਾਰਾਂ ਨੇ ਕੀਤਾ। ਉਹ ਹੁਣ ਦੀ ਇਸ ਮੌਜੂਦਾ ਬੀਜੇਪੀ ਸਰਕਾਰ ਨੇ ਉਹਨਾਂ ਦੇ ਜ਼ੁਲਮ ਦੇ ਕਰਕੇ ਇਹ ਜਾਨਾਂ ਕੁਰਬਾਨ ਕਰ ਗਏ। ਅਸੀਂ ਇਹਨਾਂ ਨੂੰ ਨਤਮਸਤਕ ਆ, ਇਹਨਾਂ ਦੇ ਲਈ ਵੀ ਸਾਡਾ ਸਿਰ ਝੁਕਦਾ ਜਿਹੜੇ ਆਪਦਾ ਆਪਾ ਵਾਰ ਗਏ। ਪਰ ਇਹਨਾਂ ਨੂੰ ਸ਼ਹੀਦੀ ਜਾਂ ਸ਼ਹਾਦਤ ਦੇ ਕਸੌਟੀ ਜਾਂ ਉਹਨਾਂ ਸਿਧਾਂਤਾਂ ਤੇ ਆਪਾਂ ਪਰਖੀਏ ਤਾਂ ਮੇਰੇ ਖਿਆਲ 'ਚ ਫਿਰ ਤਾਂ ਜਿਹੜੇ ਸਾਡੇ ਕਰਤਾਰ ਸਿੰਘ ਸਰਾਭੇ ਵਰਗੇ, ਭਗਤ ਸਿੰਘ ਵਰਗੇ, ਫਿਰ ਉਹਨਾਂ ਨੂੰ ਕਿੱਥੇ ਰੱਖਾਂਗੇ? ਕੋਈ ਤਾਂ ਯਾਰ ਫਰਕ ਰੱਖੀਏ ਆਪਾਂ ਇਹਨਾਂ ਗੱਲਾਂ 'ਚ। ਕੋਈ ਤਾਂ ਆਪਦੇ ਇਤਿਹਾਸ ਨੂੰ ਜਿਵੇਂ ਅਸੀਂ ਅੱਜ ਦੇਖਦੇ ਹਾਂ, ਉਹ ਇੱਕ ਚੱਲਦੇ ਸੰਘਰਸ਼ 'ਚ ਅਸੀਂ ਆਪਦੇ ਸਿਧਾਂਤਾਂ ਨੂੰ ਭੁੱਲ ਕੇ ਤੇ ਇਹ ਸਾਰੀਆਂ ਪਰਿਭਾਸ਼ਾ ਜਿਹੜੀਆਂ ਦਿੱਤੀਆਂ ਹੋਈਆਂ ਇਤਿਹਾਸ ਨੇ ਸਾਨੂੰ, ਉਹਨਾਂ ਨੂੰ ਹੀ ਡਾਇਲਿਊਟ ਕਰਨ ਲੱਗ ਗਏ। ਫਿਰ ਤਾਂ ਅਸੀਂ ਆਪਦੇ ਇਤਿਹਾਸ 'ਚ ਖੋਰਾ ਲਾਉਣ ਲੱਗ ਜਾਾਂਗੇ। ਸੋ ਮੇਰੀ ਜਿਹੜੀ ਬੇਨਤੀ ਆ ਅੱਜ ਉਹ ਇਸ ਕਰਕੇ ਮੈਂ ਕਰ ਰਿਹਾ, ਗੱਲਾਂ ਨੂੰ ਜੇ ਆਪਾਂ ਸਮਝਣਾ ਨਹੀਂ ਤੇ ਉਹੀ ਆਪਾਂ ਇਹ ਗੱਲ ਕਹੀ ਜਾਣੀ ਆ ਵੀ ਦੇਖੋ ਦੀਪ ਸਿੱਧੂ ਕੀ ਗੱਲ ਕਰ ਗਿਆ, ਤੇ ਦੀਪ ਸਿੱਧੂ ਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਸੀ। ਜੇ ਤੁਸੀਂ ਸਮਝਣਾ ਚਾਹੁੰਦੇ ਹੀ ਨਹੀਂ ਉਹਦਾ ਵੱਖਰੀ ਗੱਲ ਆ, ਤੇ ਜਿਹੜੇ ਇਹ ਗੱਲ ਚਾਹੁੰਦੇ ਆ ਜਾਂ ਇਹ ਗੱਲ ਕਰ ਰਹੇ ਆ ਵੀ ਬਾਈ ਤੂੰ ਪੰਜਾਬ ਲਈ ਲੜ ਯਾਰ, ਸੱਚ ਦੀ ਲੜਾਈ ਲੜ, ਫਿਰ ਸੱਚ ਦੀ ਲੜਾਈ ਤਾਂ ਲਕੀਰ ਖਿੱਚ ਕੇ ਲੜਨੀ ਪੈਂਦੀ ਹੁੰਦੀ ਆ। ਇਹ ਵੀ ਕਹਿ ਰਹੇ ਹੋ ਵੀ ਕਾਜ਼ੀ ਵੀ ਬਣ ਜਾ ਤੇ ਬਾਂਗ ਵੀ ਨਾ ਦੇ, ਇਹ ਤਾਂ ਨਹੀਂ ਗੱਲ ਹੋ ਸਕਦੀ ਨਾ। ਜਾਂ ਤਾਂ ਫਿਰ ਕਾਜ਼ੀ ਬਣ ਕੇ ਬਾਂਗ ਦੇਣੀ ਪਊਗੀ, ਫਿਰ ਤਾਂ ਸੱਚ ਬੋਲਣਾ ਪਊ। ਤੇ ਜੇ ਸੱਚ ਬੋਲਦੇ ਆ ਉਹ ਚੁੱਭਦਾ ਇੰਨਾ ਤੁਹਾਨੂੰ ਬਹੁਤ ਲੋਕਾਂ ਨੂੰ ਵੀ ਉਹ ਹੋਰ ਹੀ ਪਾਸੇ ਗੱਲ ਨੂੰ ਲੈ ਕੇ ਤੇ ਉਹਦੇ ਤੇ ਕੋਈ ਵਿਰੋਧ ਸ਼ੁਰੂ ਕਰ ਦਿੰਦੇ ਆ। ਦੇਖੋ ਮੇਰਾ ਤਾਂ ਬਹੁਤ ਵਿਰੋਧ ਹੋ ਗਿਆ, ਇਹਨਾਂ ਵਿਰੋਧਾਂ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਹਰ ਵਿਰੋਧ ਮੈਨੂੰ ਹੋਰ ਤਾਕਤ ਦਿੰਦਾ ਤੇ ਉਸ ਤਾਕਤ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੂੰ ਨਤਮਸਤਕ ਹੋ ਕੇ ਮੈਂ ਫੇਰ ਆਪਦੇ ਰਾਹ ਤੇ ਤੁਰ ਪੈਣਾ। ਪਰ ਮੈਂ ਇਸ ਗੱਲ ਨੂੰ ਇਸ ਖਾਤਰ ਸੰਗਤ ਸਾਹਮਣੇ ਦੁਬਾਰਾ ਲੈ ਕੇ ਆਇਆ, ਸ਼ਹਾਦਤ ਦੇ ਅਰਥ, ਸ਼ਹੀਦੀ ਦੀ ਪਰਿਭਾਸ਼ਾ ਸਾਡੇ ਰਹਿਬਰਾਂ ਨੇ ਤੇ ਸਾਡੇ ਸਿੰਘ ਸ਼ਹੀਦਾਂ ਨੇ ਸਾਨੂੰ ਦਿੱਤੀ ਆ। ਉਹਨੂੰ ਅਸੀਂ ਖੋਰਾ ਨਾ ਲਾਈਏ, ਉਹਨੂੰ ਡਾਇਲਿਊਟ ਨਾ ਕਰੀਏ, ਉਹਦੇ ਅਰਥਾਂ ਨੂੰ ਸਮਝੀਏ। ਠੀਕ ਆ, ਜਿਹੜੀਆਂ ਜਾਨਾਂ ਗਈਆਂ ਉਹਨਾਂ ਨੂੰ ਵੀ ਅਸੀਂ ਸਜਦਾ ਕਰਦੇ ਆ, ਉਹ ਆਪਦੀਆਂ ਜਾਨਾਂ ਕੁਰਬਾਨ ਕਰ ਗਏ। ਫਿਰ ਤਾਂ ਹਰ ਸ਼ਹਾਦਤ ਤੇ ਜਿਹੜੀ ਜਾਨ ਜਾਂਦੀ ਆ ਉਹ ਵੀ ਸ਼ਹੀਦੀ, ਆਪਾਂ ਉਹਨੂੰ ਵੀ ਸ਼ਹੀਦੀ ਮੰਨੀ ਜਾਂਦੇ ਆ। ਇੱਕ ਨੇਸ਼ਨ ਸਟੇਟ ਤਾਂ ਉਹਨੂੰ ਸ਼ਹੀਦੀ ਮੰਨਦੀ ਆ, ਅਸੀਂ ਵੀ ਮੰਨੀ ਜਾਂਦੇ ਆ। ਫਿਰ ਤਾਂ ਪਤਾ ਨਹੀਂ ਇੱਥੋਂ ਬੱਸ ਭਰ ਕੇ ਆਪਾਂ ਤੁਰ ਜਾਂਦੇ ਆ ਕਿਸੇ ਪਾਸੇ ਨੂੰ, ਰੱਬ ਨਾ ਕਰੇ ਰਾਹ 'ਚ ਕਿਸੇ ਦਾ ਐਕਸੀਡੈਂਟ ਹੋ ਗਿਆ, ਉਹਨਾਂ ਨੂੰ ਵੀ ਸ਼ਹੀਦ ਮੰਨੀ ਜਾਂਦੇ ਆ। ਫਿਰ ਯਾਰ ਗੱਲ ਖੜੂ ਕਿੱਥੇ ਜਾ ਕੇ? ਸੋ ਇਸ ਕਰਕੇ ਜਿਹੜੇ ਇਤਿਹਾਸ ਨੇ ਸਾਨੂੰ ਸੇਧ ਦੇਣੀ ਆ, ਜਿਸ ਇਤਿਹਾਸ ਤੋਂ ਅਸੀਂ ਆਪਦੀ ਕੋਈ ਪ੍ਰੇਰਨਾ ਲੈਣੀ ਆ, ਉਸ ਸਿਧਾਂਤਾਂ ਤੋਂ ਅਸੀਂ ਪ੍ਰੇਰਨਾ ਲੈਣੀ ਆ, ਉਹਨਾਂ ਸਿਧਾਂਤਾਂ ਨੂੰ ਅੱਗੇ ਰੱਖ ਕੇ ਲੜਾਈਆਂ ਲੜਨੀਆਂ। ਜੇ ਅਸੀਂ ਉਹਨਾਂ ਨੂੰ ਹੀ ਖੋਰਾ ਲਾਉਣ ਲੱਗ ਗਏ ਫਿਰ ਤਾਂ ਬਾਈ ਜੀ ਗੱਲ ਹੀ ਨਹੀਂ ਖੜਨੀ ਕਿਤੇ। ਸੋ ਕਾਜ਼ੀ ਵੀ ਬਣ ਕੇ ਰਹੀਏ ਤੇ ਬਾਂਗ ਵੀ ਨਾ ਦਈਏ, ਇਹ ਨਹੀਂ ਹੋਇਆ ਜਾ ਸਕਦਾ। ਸੱਚ ਦੀ ਗੱਲ ਕਰਨੀ ਪਊ, ਸੱਚ ਦੀ ਗੱਲ ਖਾਤਰ ਇੱਥੇ ਇਸ ਰਾਹ ਤੇ ਖੜੇ ਆ ਤੇ ਇੱਥੇ ਤੁਰ ਰਹੇ ਆ। ਤੇ ਜੇ ਇਹ ਤੋਂ ਮੁਣਕਰ ਹੁਣ ਨੂੰ ਕਹਿ ਦੋਗੇ ਮੈਨੂੰ ਵੀ ਬਾਈ ਨੂੰ ਤੂੰ ਸੱਚ ਨਾ ਬੋਲ ਯਾਰ, ਕੋਈ ਨਹੀਂ ਜਿਵੇਂ ਚੱਲਦਾ ਚੱਲੀ ਜਾਣ ਦੇ, ਇਹ ਤਾਂ ਨਹੀਂ ਮੇਰੇ ਤੋਂ ਹੋਣਾ। ਇੰਨੀਆਂ ਕੁ ਗੱਲਾਂ ਅੱਜ ਤੁਹਾਡੇ ਨਾਲ ਰੂਬਰੂ ਹੋ ਕੇ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ ਹਮੇਸ਼ਾ। ਪੰਜਾਬ ਖਾਤਰ, ਸਾਡੀ ਮਿੱਟੀ ਖਾਤਰ ਤੇ ਸਾਡੇ ਲੋਕਾਂ ਖਾਤਰ ਅਸੀਂ ਖੜੇ ਆ ਤੇ ਆਈ ਲੜਾਈ ਲੜਦੇ ਰਹਾਂਗੇ। ਠੀਕ ਆ, ਵਿੱਚ ਕਈ ਵਾਰੀ ਮਾਨਸਿਕ ਤੌਰ ਤੇ ਇਹ ਗੱਲ ਵੀ ਆ ਜਾਂਦੀ ਆ, ਕਿਉਂਕਿ ਆਪਾਂ ਤਾਂ ਹਜੇ ਗੁਰੂ ਸਾਹਿਬ ਤੋਂ, ਉਹਨਾਂ ਤੋਂ ਆਸ਼ੀਰਵਾਦ ਉਹਨਾਂ ਤੋਂ ਹੀ ਲੈਂਦੇ ਆ, ਉਹਨਾਂ ਦੇ ਅੱਗੇ ਨਤਮਸਤਕ ਹੋ ਕੇ ਇਹ ਕਹਿੰਦੇ ਆ ਅਕਾਲ ਪੁਰਖ ਸੱਚੇ ਪਾਤਸ਼ਾਹ ਮਿਹਰ ਕਰਿਓ, ਸਾਨੂੰ ਹਿੰਮਤ ਬਖਸ਼ਿਓ ਵੀ ਜਿਹੜੇ ਰਾਹਾਂ ਤੇ ਅਸੀਂ ਤੁਰੇ ਆ, ਸਾਡੇ ਰਾਹ ਤਾਂ ਹੈ ਨਹੀਂ ਨਾ ਤੁਹਾਡੇ ਰਾਹ, ਇਹ ਤਾਂ ਉਹਨਾਂ ਰਹਿਬਰਾਂ ਦੇ ਦਿੱਤੇ ਹੋਏ ਸਿਧਾਂਤ, ਉਹੀ ਰਾਹ। ਇਸ ਰਾਹ ਤੇ ਜਾ ਕੇ ਨਾ ਸਾਨੂੰ ਪ੍ਰਧਾਨਗੀਆਂ ਮਿਲਣੀਆਂ, ਨਾ ਇੱਥੇ ਅਸੀਂ ਕੁਛ ਬਣ ਕੇ ਨਿਕਲਣਾ, ਨਾ ਇੱਥੇ ਸਾਡੀ ਪੋਲਿਟਿਕਸ ਖੜੀ ਹੋਣੀ ਆ। ਇੱਥੇ ਤਾਂ ਬਾਈ ਜੀ ਵਾਕਈ ਆ ਕੇ ਸਭ ਕੁਝ ਵਾਰਨ ਵਾਲੀ ਗੱਲ ਹੀ ਹੋ ਜਾਂਦੀ ਆ। ਸੋ ਇਸ ਰਾਹ ਤੇ ਜੇ ਤੁਰੇ ਆ ਤਾਂ ਅਕਾਲ ਪੁਰਖ ਵਾਹਿਗੁਰੂ ਸਾਨੂੰ ਹਿੰਮਤ ਬਖਸ਼ੀ ਵੀ ਇਸ ਰਾਹ ਤੇ
ਤੁਰੇ ਰਹੀਏ। ਕਈ ਵਾਰੀ ਮਾਨਸਿਕ ਤੌਰ ਤੇ ਬੰਦਾ ਇਹ ਸੋਚਦਾ ਵੀ ਜਿੱਥੇ ਆ ਕੇ ਖੜ ਗਏ ਆ ਇਦੂਗਾ ਤੁਰਨਾ ਚਾਹੀਦਾ ਕਿ ਨਹੀਂ, ਪਰ ਫਿਰ ਕਿਤੋਂ ਨਾ ਕਿਤੋਂ ਹਿੰਮਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਜਾ ਕੇ ਉੱਥੇ ਨਤਮਸਤਕ ਹੋ ਕੇ ਹੀ ਮਿਲਦੀ ਆ। ਸੋ ਇੰਨੀਆਂ ਕੁ ਗੱਲਾਂ ਅੱਜ ਆਪਾਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਕਿਸਾਨੀ ਸੰਘਰਸ਼ ਦੇ ਨਾਲ ਵੀ ਉਵੇਂ ਹੀ ਜੁੜੇ ਹੋਏ ਆ। ਉਹਨਾਂ ਬੰਦਿਆਂ ਦੀ ਜਿਹੜੇ ਆਪਦੀਆਂ ਜਾਨਾਂ ਕੁਰਬਾਨ ਕਰ ਗਏ ਉਹਨਾਂ ਲਈ ਵੀ ਸਿਜਦਾ। ਤੇ ਸਾਡੀਆਂ ਸਾਰੀਆਂ ਸੰਗਤਾਂ ਨੂੰ ਇੱਕ ਬੇਨਤੀ ਆ ਵੀ ਐਵੇਂ ਹੀ ਗੱਲਾਂ 'ਚ ਆ ਕੇ ਗੱਲਾਂ ਨੂੰ ਜਾਂਚੇ ਪਰਖੇ ਬਿਨਾ ਜੇ ਆਪਾਂ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚਣੀਆਂ ਤਾਂ ਫਿਰ ਮੈਨੂੰ ਲੱਗਦਾ ਸਾਡਾ ਰਾਹ ਹਜੇ ਬਹੁਤ ਦੂਰ ਆ। ਤੇ ਜੇ ਅਸੀਂ ਹਜੇ ਵੀ ਸਿਰ ਜੋੜ ਕੇ ਬੈਠਾਂਗੇ, ਸਿਰ ਜੋੜ ਕੇ ਬੈਠ ਕੇ ਗੱਲਾਂ ਨੂੰ ਵਿਚਾਰਾਂਗੇ ਤੇ ਉਹਦੇ ਤੇ ਗਾਂ ਫਿਰ ਕੋਈ ਮਸਲਿਆਂ ਨੂੰ ਸਮਝ ਕੇ ਕਿਸੇ ਹੱਲ ਵੱਲ ਤੁਰਾਂਗੇ, ਫਿਰ ਸਾਨੂੰ ਹੱਲ ਵੀ ਮਿਲ ਜਾਣੇ ਆ।